ਪੰਜਾਬ ਸਰਕਾਰ ਨੇ ਜਿਹੜੀ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਸੀ, ਬੁਰੀ ਤਰ੍ਹਾਂ ਫੇਲ ਹੋਈ ਹੈ। ਚਿੱਟਾ ਘਰ ਘਰ ਹਾਲੇ ਵੀ ਵਿਕ ਰਿਹਾ ਤੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਇੱਕ ਤਿਉਹਾਰ ਜਿਹੜੇ ਸੀ ਆਪਰੇਸ਼ਨ ਚਲਾਇਆ ਗੈਂਗਸਟਰਾਂ ਦੇ ਖਿਲਾਫ। ਤਾਂ ਜਦੋਂ 2026 ਤੋਂ ਲੈ ਕੇ ਹੁਣ ਤੱਕ 25 ਜਿਹੜੀਆਂ ਉਹ ਮਰਡਰ ਹੋ ਚੁੱਕੇ ਨੇ, ਲਗਾਤਾਰ ਕੱਲ ਵੀ ਇੱਕ ਮਰਡਰ ਹੋਇਆ, ਲਗਾਤਾਰ ਮਰਡਰ ਹੋਏ ਨੇ। ਕਿਵੇਂ ਦੇਖਦੇ ਹੋ ਐਲਾਨ ਹੈ ਤੁਹਾਡਾ? ਦੇਖੋ, ਗੱਲ ਹੈ ਯੁੱਧ ਨਸ਼ਿਆਂ ਵਿਰੁੱਧ ਆਪਰੇਸ਼ਨ ਪ੍ਰਹਾਰ। ਹੁਣ ਪੰਜਾਬ ਦੇ ਲੋਕਾਂ ਨੇ 2027 ਦੇ ਵਿੱਚ ਇੱਕ ਆਪਰੇਸ਼ਨ ਚਲਾਉਣਾ ਹੈ, ਯੁੱਧ ਝਾੜੂ ਵਿਰੁੱਧ। ਸੋ ਕਹਿਣ ਦਾ ਮਤਲਬ ਜਿੰਨਾ ਬੇਵਕੂਫ ਇਹਨਾਂ ਨੇ ਬਣਾਇਆ ਪੰਜਾਬ ਦੇ ਲੋਕਾਂ ਨੂੰ, ਹੁਣ ਪੰਜਾਬ ਦੇ ਲੋਕ ਉਡੀਕਦੇ ਹੈ ਕਿ ਇਹ ਤਾਂ ਕਿਸ ਪ੍ਰਕਾਰ ਇਹਨਾਂ ਨੇ ਪੰਜਾਬ ਨੂੰ ਲੁੱਟਿਆ, ਬੇਵਕੂਫ ਬਣਾਇਆ। ਅੱਜ ਤੱਕ ਦੀਆਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹੋ ਜਿਹੇ ਸੁਪਨੇ ਨਹੀਂ ਦਿਖਾਏ ਸੀ ਜੋ ਇਹਨਾਂ ਨੇ ਦਿਖਾਏ। ਔਰ ਅੱਜ ਪੰਜਾਬ ਨੂੰ ਕਿੰਨਾ ਹਾਲਾਤਾਂ 'ਚ ਲਿਆ ਕੇ ਇਹਨਾਂ ਲੋਕਾਂ ਨੇ ਖੜਾ ਕਰਤਾ। ਅੱਜ ਨਸ਼ਾ ਬੇਸ਼ੁਮਾਰ ਹੈ, ਲਾਅ ਐਂਡ ਆਰਡਰ ਦੀ ਸਥਿਤੀ ਬੇਕਾਬੂ ਹੈ, ਔਰ ਪੰਜਾਬ ਦੇ ਆਰਥਿਕ ਸੰਕਟ ਬਹੁਤ ਵੱਡਾ ਹੈ। ਕੋਈ ਐਸੀ ਚੀਜ਼ ਇਨਫਰਾਸਟ੍ਰਕਚਰ ਨਹੀਂ ਬਣਾਇਆ ਗਿਆ। ਮੁਲਾਜ਼ਮ ਦੁਖੀ ਹੈ, ਵਪਾਰੀ ਦੁਖੀ ਹੈ, ਕਾਰੋਬਾਰੀ ਦੁਖੀ ਹੈ, ਜਿਹੜਾ ਕੰਮ ਕਰਨ ਵਾਲਾ ਵਿਅਕਤੀ ਉਹ ਦੁਖੀ ਹੈ। ਕਿਸਾਨ ਨੂੰ ਕੁੱਟਿਆ ਜਾ ਰਿਹਾ ਹੈ। ਇਹ ਕਹਿੰਦੇ ਸੀ ਕਿਸਾਨਾਂ ਦੀ ਸਰਕਾਰ ਬਣੇਗੀ, ਜਿਸ ਪ੍ਰਕਾਰ ਕਿਸਾਨਾਂ ਦੇ ਹਾਲਾਤ ਉਹ ਤੁਸੀਂ ਦੇਖ ਰਹੇ ਹੋ। ਸੋ ਕਹਿਣ ਦਾ ਮਤਲਬ ਇਹਨਾਂ ਤੋਂ ਕੋਈ ਵਰਗ ਸੁਖੀ ਨਹੀਂ। ਪੰਜਾਬ ਦਾ ਜੇ ਆਹ ਹਾਲਾਤ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਦਾਰ ਹੈ, ਮੁੱਖ ਮੰਤਰੀ ਸਾਹਿਬ ਜ਼ਿੰਮੇਦਾਰ ਹੈ। ਸੋ ਮੈਂ ਸਮਝਦਾ ਕਿ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ, ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਇਹਨਾਂ ਨੂੰ ਜਲਦੀ ਚੱਲਦਾ ਕਰੇ। ਜੋ ਇਹਨਾਂ ਨੇ ਬਦਲਾਵ ਦਾ ਸੁਪਨਾ ਦਿਖਾਇਆ ਸੀ ਲੋਕਾਂ ਨੂੰ, ਬਦਲਾਵ ਆਏਗਾ, ਇੱਕ ਨਵੀਂ ਕ੍ਰਾਂਤੀ ਆਏਗੀ, ਅੱਜ ਪੰਜਾਬ ਦਾ ਬਦਹਾਲ ਕਰਕੇ ਰੱਖ ਦਿੱਤਾ ਇਹਨਾਂ ਨੂੰ। ਕ੍ਰਾਂਤੀ ਦੀ ਗੱਲ ਕੀਤੀ ਸੀ ਜਦੋਂ ਸਰਕਾਰ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਇੰਡਸਟਰੀ ਲਿਆਂਦੀ ਜਾਊਗੀ। ਟਾਟਾ ਨੇ ਪੇਸ਼ਕਸ਼ ਕੀਤੀ ਪਰ ਉਹਦੀ ਵੀ ਹਾਲੇ ਤੱਕ ਜਿਹੜੀ ਸ਼ੁਰੂਆਤ ਨਹੀਂ ਹੋਈ ਇੰਡਸਟਰੀ ਦਾ ਜਿਹੜਾ। ਦੇਖੋ ਬ੍ਰਦਰ, ਇੱਥੇ ਇੰਡਸਟਰੀ ਤਾਂ ਬਹੁਤ ਸਾਰੀ ਇੰਡਸਟਰੀ ਇੱਥੋਂ ਬੰਦ ਹੋ ਗਈ, ਬਹੁਤ ਸਾਰੀ ਚਲੀ ਗਈ। ਮੈਂ ਤਾਂ ਆਪ ਇਸ ਗੱਲ 'ਚ ਚਿੰਤਤ ਹੈ ਕਿ ਅਗਰ ਇੰਡਸਟਰੀ ਨਹੀਂ ਆਏਗੀ ਤਾਂ ਪੰਜਾਬ ਦੀ ਇਕਨੋਮੀ ਰਿਵਾਈਵ ਨਹੀਂ ਹੋਏਗੀ। ਅਗਰ ਇਕਨੋਮੀ ਰਿਵਾਈਵ ਨਹੀਂ ਹੋਏਗੀ ਤਾਂ ਪੰਜਾਬ ਦੇ ਵਿੱਚ ਅਨਐਮਪਲੋਇਮੈਂਟ ਵੱਧ ਜਾਏਗਾ। ਅਗਰ ਅਨਐਮਪਲੋਇਮੈਂਟ ਵੱਧ ਜਾਏਗਾ ਤਾਂ ਲੋਕ ਡਰੱਗਸ ਦੇ ਆਦੀ ਹੋ ਜਾਣਗੇ। ਅਗਰ ਡਰੱਗਸ ਦੇ ਲੋਕ ਆਦੀ ਹੋ ਕੇ ਉਹਨਾਂ ਨੂੰ ਉਹਨਾਂ ਪੈਸਾ ਨਹੀਂ ਬਣੇਗਾ ਤਾਂ ਲੋਕ ਫਿਰ ਗੈਂਗਸਟਰ 'ਚ ਇਨਵੋਲਵਮੈਂਟ ਵਧਾ ਕੇ ਪੈਸੇ ਉੱਥੋਂ ਲੈ ਕੇ ਤੇ ਆਪਦਾ ਡਰੱਗਸ ਲਿਆ ਕਰਨਗੇ। ਇਹ ਸਾਰਾ ਸਿਸਟਮ ਇੱਕ ਨੈਟਵਰਕਿੰਗ ਹੈਗੀ ਹੈ। ਜੇ ਘਰ ਦੇ ਵਿੱਚ ਸਾਰਾ ਸਮਾਨ ਹੋਵੇ ਤਾਂ ਫਿਰ ਲੜਾਈ ਨਹੀਂ ਹੁੰਦੀ। ਸੋ ਪੰਜਾਬ ਇਕਨੋਮਿਕਲੀ ਜਿਹੜਾ ਮਰਦਾ ਜਾ ਰਿਹਾ ਬਿਕੋਜ਼ ਆਫ ਇੰਡਸਟਰੀ। ਹੁਣ ਜ਼ਮੀਨਾਂ ਮਹਿੰਗੀਆਂ ਹੋ ਗਈਆਂ, ਬਹੁਤ ਸਾਰੀਆਂ ਜਿਹੜੀਆਂ ਸਿੰਗਲ ਵਿੰਡੋ, ਉਹਨਾਂ ਨੂੰ ਉੱਥੇ ਕੋਈ ਉਹਨਾਂ ਦੀ ਇੰਡਸਟਰੀ ਦੀ ਆਵਾਜ਼ ਸੁਣਨ ਵਾਲਾ ਨਹੀਂ, ਕੋਈ ਇੰਡਸਟਰੀ ਪਾਲਿਸੀ ਹੈ ਨਹੀਂ ਗਾ, ਕੋਈ ਪਲੈਨਿੰਗ ਹੈ ਨਹੀਂ ਗਿਆ। ਟੈਰਿਫ ਲੱਗਿਆ ਤਾਂ ਇੰਡਸਟਰੀ ਸਾਡੀ ਜਿਹੜੀ ਛੋਟੀ ਇੰਡਸਟਰੀ ਸੀ ਉਹਦਾ ਤਾਂ ਬਹੁਤ ਮਾੜਾ ਹਾਲ ਹੋ ਗਿਆ, ਜਿਹਨੂੰ MSME ਕਹਿੰਦੇ ਆ। ਸਾਡੇ ਹੁਣ ਸਾਈਕਲ ਬਣਦਾ ਲੁਧਿਆਣੇ ਦੇ ਵਿੱਚ। ਹੁਣ ਸਾਈਕਲ ਇੰਡਸਟਰੀ ਚਾਈਨਾ ਤੋਂ ਬਾਅਦ ਹਿੰਦੁਸਤਾਨ ਕੋਲੇ ਹੈ, ਲੇਕਿਨ ਸਾਡੀ ਇੰਡਸਟਰੀ ਵਾਸਤੇ ਕੋਈ ਪਾਲਿਸੀ ਨਹੀਂ ਬਣ ਰਹੀ, ਨਾ ਉਹਨਾਂ ਨੂੰ ਕਿਸੇ ਤਰੀਕੇ ਦੀ ਮਦਦ ਕੀਤੀ ਜਾ ਰਹੀ ਹੈ, ਉਹ ਬੈਠਦੀ ਜਾ ਰਹੀ ਹੈ। ਸੋ ਕਹਿਣ ਦਾ ਮਤਲਬ ਵੀ ਕੋਈ ਵਿਜ਼ਨ ਹੈ ਨਹੀਂ ਸੀਗਾ ਆਮ ਆਦਮੀ ਪਾਰਟੀ ਦਾ। ਸਿਰਫ ਬਦਲਾਖੋਰੀ ਦੀ ਨੀਤੀ ਦੇ ਨਾਲ ਤੇ ਐਵੇਂ ਹਾਸੇ ਮਜ਼ਾਕ ਨਾਲ ਅੱਜ 4.25 ਸਾਲ ਟਪਾਤੇ ਹੈ। ਵਿਧਾਨ ਸਭਾ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ, ਅਕਾਲੀ ਦਲ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਤਾਂ ਇਸ ਸਾਰਿਆਂ ਨੇ ਲਾਈਵ ਕੀਤਾ ਸੀ ਵਿਧਾਨ ਸਭਾ ਨੂੰ। ਪਰ ਉੱਥੇ ਵੀ ਜਿਹੜਾ ਹੈਗਾ ਕਈ ਚੀਜ਼ਾਂ ਦਿਖਾਈਆਂ ਨਹੀਂ ਜਾਂਦੀਆਂ। ਤੁਸੀਂ ਵੀ ਵਿਧਾਨ ਸਭਾ ਦੇ ਵਿੱਚ ਹੁੰਦੇ ਹੋ, ਤੇ ਕੀ ਉਹ ਵਿਧਾਨ ਸਭਾ ਨੂੰ ਲਾਈਵ ਕਰਨ ਦਾ ਕੋਈ ਆਮ ਲੋਕਾਂ ਨੂੰ ਜਾਂ ਕਿਸੇ ਨੂੰ ਹੋਰ ਕੋਈ ਲਾਭ ਹੋਇਆ ਜੋ ਲਾਈਵ ਕਰਦੇ? ਉਹ ਦੇਖੋ ਜੀ, ਇਹ ਤਾਂ ਦੇਸ਼ ਦੇ ਵਿੱਚ ਹੀ ਚੱਲਦਾ, ਪਾਰਲੀਮੈਂਟ ਦੇ ਵਿੱਚ ਹੀ ਇਹੀ ਕੰਮ ਕਰਦੇ ਆ ਇਹ। ਤੇ ਵਿਧਾਨ ਸਭਾ ਦੇ ਵਿੱਚ ਤਾਂ ਜਮਾ ਇਹਨਾਂ ਨੇ ਧੱਜੀਆਂ ਉਡਾਤੀਆਂ। ਜਾਂ ਸਪੀਕਰ ਦਿਖਦਾ ਜਾਂ ਮਾਨ ਸਾਹਿਬ ਵਿਖਦੇ, ਦੂਜਾ ਤਾਂ ਵਿਖਦਾ ਹੀ ਕੋਈ ਨਹੀਂ। ਪਹਿਲੀ ਗੱਲ ਤਾਂ ਜੇ ਕੋਈ ਦੂਜਾ ਬੋਲਦਾ ਵੀ ਉਹਨੂੰ ਐ ਦੂਰੋਂ ਵਿਖਾਉਂਦੇ, ਉਹ ਵੇਖਦਾ ਹੀ ਨਹੀਂ ਵੀ ਬੋਲ ਕੌਣ ਰਿਹਾ, ਵੀ ਰਾਜਾ ਵੜਿੰਗ ਬੋਲ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਬੋਲ ਰਿਹਾ ਕਿ ਕੋਈ ਹੋਰ ਬੋਲ ਰਿਹਾ। ਫਿਰ ਉਹਦੀ ਆਵਾਜ਼ ਘਟਾਉਂਦੇ ਆ ਵੀ ਇਹਨਾਂ ਦੀ ਆਵਾਜ਼ ਠੀਕ ਨਾ ਲੱਗੇ। ਫਿਰ ਜੇ ਕੋਈ ਇਧਰੋਂ ਗੱਲ ਕਹਿੰਦੇ, ਦੂਜੇ ਦੀ ਗੱਲ ਕੈਮਰਾ ਚੱਕ ਦਿੰਦੇ, ਇੱਧਰ ਲਾ ਦਿੰਦੇ ਆ। ਲੋਕਾਂ ਨੂੰ ਲੱਗਦਾ ਕਿ ਇਹ ਬੋਲਦਾ ਹੀ ਨਹੀਂ ਕਾਂਗਰਸੀ ਜਾਂ ਕੋਈ ਹੋਰ ਵਿਅਕਤੀ। ਬੋਲਦੇ ਤਾਂ ਸਾਰੇ, ਕੋਈ ਸੁਣ ਹੀ ਨਹੀਂ ਦਿੰਦਾ। ਬਹੁਤ ਸਾਰੇ ਟੈਲੀਵਿਜ਼ਨਸ ਦਾ ਵੀ ਇਹ ਕੰਮ ਹੋ ਗਿਆ, ਜਿਹੜੇ ਟੀਵੀ ਐਡਵਰਟਾਈਜ਼ਮੈਂਟ ਨਾਲ ਚੱਲਦੇ ਆ। ਉਹ ਕਹਿੰਦੇ ਵੀ ਨਾ ਬਈ, ਵਿਖਾਉਣਾ ਹੀ ਨਹੀਂਗਾ ਆਪੋਜੀਸ਼ਨ। ਵੜਿੰਗ ਸਾਹਿਬ, ਬਾਜਵਾ ਸਾਹਿਬ ਦੇ ਟਵੀਟ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਆ। ਚੀਮਾ ਸਾਹਿਬ ਦਾ ਕਹਿਣਾ ਕਿ ਜੇ ਮਾਫੀ ਨਾ ਮੰਗੀ ਤਾਂ ਪਤਾ ਨਹੀਂ ਭਰਾਵਾ, ਇਹ ਸਾਨੂੰ ਤਾਂ ਲੈ ਕੇ ਗਰਮਾਈ ਰਹਿੰਦੇ ਆ ਇਹ ਆਮ ਆਦਮੀ ਪਾਰਟੀ ਵਾਲੇ।
ਹਰੇਕ ਗੱਲ ਤੇ ਸਾਨੂੰ ਕਹਿਣਗੇ ਮਾਫੀ ਮੰਗ ਲਓ। ਮੇਰੇ ਕਹਿਣ ਦਾ ਮਤਲਬ ਹੈ, ਮੈਂ ਤਾਂ ਵੇਖਿਆ ਨਹੀਂ ਬਾਜਵਾ ਸਾਹਿਬ ਦਾ ਟਵੀਟ ਕੀ ਹੈ, ਪਰ ਜਿਹੜਾ ਗਰਮਾਈ ਵਾਲੀ ਗੱਲ ਆ ਉਹ ਤਾਂ ਝਾੜੂ ਹਮੇਸ਼ਾ ਹੀ ਗਰਮਾਇਆ ਰਹਿੰਦਾ ਹੈ, और चीमा साहब खास करके गरमाए रहते हैं। Thank देखो भाई, समझौता तो अभी पता नहीं चला कि क्या हुआ है। ये तो उसी तरीके का काम है जब किसानों को यहाँ कहा गया था कि ये 3 हम कानून लेकर आए हैं आपकी बेहतरी के लिए, तो 3 किसानों ने जब देखा तो उनको लगा कि ये तो काले कानून है, हमें लूटने के लिए बना दिए गए हैं और अडानी अंबानी का घर भरने के लिए बना दिए गए हैं। तो उसके लिए आज तक किसान संघर्ष कर रहा है। लेकिन मोदी जी ने तो ऐसा ही कहा था कि हमने आपके लिए 3 नए कानून बनाए हैं, इससे किसान की आय दुगनी हो जाएगी। लेकिन दुगनी तो नहीं हुई, किसान सुसाइड कर रहा है। मोदी जी ने यह भी कहा था कि मैं आपके लिए ये 1000 का नोट बंद कर दूंगा और नए नोट लेकर आ रहा हूं, इससे आपका जीवन ऊंचा हो जाएगा और सब लोग एक बराबर हो जाएंगे और काला धन वापस आ जाएगा। वो भी नहीं हुआ है। अब मोदी जी कह रहे हैं कि जो अमेरिका के साथ हमने समझौता किया है उससे देश को लाभ होगा, लेकिन मेरे को तो नहीं लगता। कृषि क्षेत्र की बात करते हो आप, एग्रीकल्चर इंपोर्ट अगर आने लगा तो आपने सब कुछ बेच दिया। अमेरिका से कनक आएगी, अब पता नहीं क्या क्या उसमें शर्तें रखी हैं। अमेरिका से सेब आएगा, अमेरिका से काजू आएगा, अमेरिका का बादाम आएगा। हमारे किसान का सामान कहां जाएगा? ये इतनी देर हमने क्यों नहीं की? इसलिए कि किसान मर जाएगा। कारें सस्ती हो गई, हमारा जो कारें, अच्छी बात है कोई सस्ती हो जाए, लेकिन हमारे देश की इंडस्ट्री का कहां जाएगा? हमें लगता है कि आपको अमेरिका ने घुटनों के बल कर लिया है और अमेरिका ने अपनी मर्जी से, कि आपका बहुत सारा सामान अमेरिका पड़ा हुआ है, अमेरिका ने अपनी मर्जी से अपने मुताबिक आपसे समझौते पर दस्तखत करवाए हैं। हम इससे सहमत नहीं है। पहले तो देश की लोकसभा में लेकर आओ कि क्या क्या समझौते हुए, हमें पता चले क्या एमओयू साइन हुआ है आपका। आप बेवकूफ बनाए जा रहे हैं लोगों को। तो आपसे ये भी करवाया जो मोदी वो ट्रम्प चाहता था कि अमन और शांति के लिए अमेरिका जो है एक मसीहा की तरह काम कर रहा है। बताओ भाई, किसी देश का राष्ट्रपति उठा लेते हो, जहां जब मर्जी चाहे तेल के लिए और ताकत के लिए आप वहां पर अटैक कर देते हो। आप कौन से पीस के मसीहा हुए? लेकिन मेरे को लगता कहीं ना कहीं भारत सरकार और देश के प्रधानमंत्री जी ट्रंप के दबाव में है। ऐसा क्या राज है वो? कुछ लोग तो अडानीज की फाइल कहते हैं, कुछ लोग एप्स्टाइन फाइल्स कहते हैं। ये अलग अलग बातें आ रही हैं। अब फायदा होगा कि नुकसान होगा? हमें तो लगता है कि नुकसान होगा। ये देश की जनता बताएगी। मेरे को लगता है, मेरे मुताबिक तो देश मोदी जी ने बेच डाला। पंजाब की लॉ एंड ऑर्डर स्थिति कैसे देखते हैं? और आपको लगता है कि किसी तरीके का कोई लॉ एंड ऑर्डर है पंजाब में? दोनों सरकारें जिम्मेदार है। बॉर्डर लगता है हमारा वहां अमृतसर से लेकर और जलालाबाद फाजिलका तक, बीएसएफ वहां पर बैठी है। 50 किलोमीटर तक बीएसएफ अंदर आ सकती है। यानी कि अगर फाजिलका से व्यक्ति चलेगा तो मुक्तसर तक बीएसएफ का एरिया और दायरा बड़ा हुआ है। बॉर्डर से हमारे पास ड्रग्स भी आ रही है, बॉर्डर से हमारे पास हथियार भी आ रहे हैं, और आम आदमी पार्टी तो फेल हो चुकी है मुकम्मल तौर पर। लेकिन केंद्र सरकार ये देख रही है मूक दर्शक बनकर कि कब पंजाब के हालात खराब होंगे, फिर हम लोगों को उकसाएंगे और कुछ ना कुछ कहेंगे कि मोदी जी को लाओ, हम आपको बचा सकते हैं। पहले आप हालात खराब होने का इंतजार कर रहे हो। तो दोनों सरकारें, बीजेपी और आम आदमी पार्टी, लॉ एंड ऑर्डर के लिए पंजाब में जिम्मेदार है।